ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੁਲਾਜ਼ਮ ਸਾਥੀਆਂ ਦੇ ਮਨ ਦੇ ਵਿੱਚ ਇੱਕ ਦੁਵਿਧਾ ਅਕਸਰ ਦੇਖੀ ਜਾਂਦੀ ਹੈ ਪੈਨਸ਼ਨ ਕਮਿਊਟੇਸ਼ਨ ਨੂੰ ਲੈ ਕੇ ਕਿ ਪੈਨਸ਼ਨ ਨੂੰ ਉਹ ਕਮਿਊਟ ਕਰਵਾਉਣ ਜਾਂ ਨਾ ਕਰਵਾਉਣ। ਇਹ ਸੌਦਾ ਉਹਨਾਂ ਵਾਸਤੇ ਫਾਇਦੇਮੰਦ ਸਾਬਿਤ ਹੋਊਗਾ ਜਾਂ ਘਾਟੇ ਦਾ ਸੌਦਾ ਸਾਬਿਤ ਹੋਊਗਾ। ਇਸੇ ਟੌਪਿਕ ਦੇ ਉੱਪਰ ਅੱਜ ਦੀ ਇਹ ਵੀਡੀਓ ਅਸੀਂ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਜੇ ਇਹ ਵੀਡੀਓ ਨੂੰ ਧਿਆਨ ਨਾਲ ਤੇ ਐਂਡ ਤੱਕ ਪੂਰੀ ਦੇਖੋਗੇ, ਕਮਿਊਟੇਸ਼ਨ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਜਿਹੜੀ ਸ਼ੰਕਾ ਹੋਊਗੀ ਉਹ ਜ਼ਰੂਰ ਦੂਰ ਹੋਊਗੀ। ਇੱਥੇ ਦੋਸਤੋ ਆਪਾਂ ਐਗਜ਼ਾਮਪਲ ਲਈ ਹੈ ਕਿ ਉਸ ਕਰਮਚਾਰੀ ਦੀ ਰਿਟਾਇਰਮੈਂਟ ਦੇ ਟਾਈਮ ਤੇ ਜਿਹੜੀ ਬੇਸਿਕ ਪੇ ਸੀ ਉਹ 60,000 ਰੁਪਇਆ ਸੀ, ਜਿਹੜੀ ਲਾਸਟ ਬੇਸਿਕ ਪੇ ਸੀ ਉਸ ਕਰਮਚਾਰੀ ਦੀ। ਤੇ ਬੇਸਿਕ ਪੈਨਸ਼ਨ ਜਿਹੜੀ ਹੁੰਦੀ ਹੈ ਉਹ ਬੇਸਿਕ ਪੇ ਦਾ 50% ਹੁੰਦੀ ਹੈ। ਤਾਂ ਇਸ ਕੇਸ ਦੇ ਵਿੱਚ 30,000 ਜਿਹੜੀ ਹੈ ਉਹਦੀ ਬੇਸਿਕ ਪੈਨਸ਼ਨ ਹੋ ਜੂਗੀ। ਤਾਂ ਹੁਣ ਕਮਿਊਟੇਸ਼ਨ ਪਰਸੈਂਟੇਜ ਜਿਹੜੀ ਹੈ ਉਹ ਹੁੰਦੀ ਹੈ 40%। 40% ਆਪਣੀ ਬੇਸਿਕ ਪੈਨਸ਼ਨ ਦਾ ਕਰਮਚਾਰੀ ਕਮਿਊਟ ਕਰਵਾ ਸਕਦਾ ਹੈ। ਤਾਂ ਇਸ ਕੇਸ ਦੇ ਵਿੱਚ ਉਹਦੀ ਬੇਸਿਕ ਪੈਨਸ਼ਨ 30,000 ਹੈ ਤੇ ਉਹਦਾ 40% ਜੇ ਕੱਢੀਏ ਤਾਂ 12,000 ਰੁਪਇਆ ਕਮਿਊਟਡ ਪੋਰਸ਼ਨ ਹੈ ਜਿਹੜਾ ਉਹਦੀ ਪੈਨਸ਼ਨ ਦਾ ਆ ਜਾਊਗਾ। ਤੇ ਇਹ ਪੈਨਸ਼ਨ ਕਮਿਊਟ ਹੁੰਦੀ ਹੈ ਦੋਸਤੋ 15 ਸਾਲ ਵਾਸਤੇ। ਤਾਂ ਅਗਲੇ 15 ਸਾਲ ਵਾਸਤੇ ਉਸ ਕਰਮਚਾਰੀ ਨੂੰ 12,000 ਰੁਪਇਆ ਘੱਟ ਪੈਨਸ਼ਨ ਮਿਲੂਗੀ ਤੇ ਜਿਹੜੀ ਪੈਨਸ਼ਨ ਉਹਨੂੰ ਮਿਲਦੀ ਰਹੂਗੀ 15 ਸਾਲ ਵਾਸਤੇ ਉਸ ਨੂੰ ਰੈਜ਼ੀਡਿਊਰੀ ਪੈਨਸ਼ਨ ਕਿਹਾ ਜਾਂਦਾ ਹੈ। 30,000 ਮਾਈਨਸ 12,000 18,000 ਰੁਪਇਆ ਜਿਹੜੀ ਪੈਨਸ਼ਨ ਹੈ ਉਹਦੀ ਰੈਜ਼ੀਡਿਊਰੀ ਪੈਨਸ਼ਨ ਆ ਗਈ। ਇਹ ਉਹਨੂੰ ਨੈਕਸਟ 15 ਈਅਰਸ ਤੱਕ ਮਿਲਦੀ ਰਹੂਗੀ। ਤੇ ਇੱਥੇ ਦੋਸਤੋ ਕਮਿਊਟੇਸ਼ਨ ਫੈਕਟਰ ਦੀ ਜੇ ਗੱਲ ਕਰੀਏ, ਕਮਿਊਟਡ ਪੈਨਸ਼ਨ ਕੈਲਕੂਲੇਟ ਕਰਨ ਵਾਸਤੇ ਇੱਕ ਕਮਿਊਟੇਸ਼ਨ ਫੈਕਟਰ ਲਾਇਆ ਜਾਂਦਾ ਹੈ। ਜੇ ਕਰਮਚਾਰੀ ਦੀ ਰਿਟਾਇਰਮੈਂਟ ਏਜ 58 ਸਾਲ ਮੰਨ ਕੇ ਚੱਲੀਏ ਤਾਂ ਇਹ ਫੈਕਟਰ ਆ ਜਾਂਦਾ ਦੋਸਤੋ 8.446 ਦਾ। ਕਮਿਊਟੇਸ਼ਨ ਫੈਕਟਰ ਨੂੰ ਦੋਸਤੋ ਇਸ ਫੈਕਟਰ ਟੇਬਲ ਦੇ ਅਕੋਰਡਿੰਗਲੀ ਤੁਸੀਂ ਦੇਖ ਸਕਦੇ ਹੋ। ਇੱਥੇ 58 ਸਾਲ ਦੀ ਉਮਰ ਜੇ ਮੰਨ ਕੇ ਚੱਲੀਏ ਰਿਟਾਇਰਮੈਂਟ ਦੀ ਤਾਂ 8.446 ਦਾ ਕਮਿਊਟੇਸ਼ਨ ਫੈਕਟਰ ਜਿਹੜਾ ਉਸ ਤੇ ਐਪਲੀਕੇਬਲ ਹੋਊਗਾ। ਇਸੇ ਦੇ ਅਕੋਰਡਿੰਗਲੀ ਆਪਾਂ ਕਮਿਊਟਡ ਪੈਨਸ਼ਨ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਕਰਾਂਗੇ। ਤਾਂ ਹੁਣ ਦੋਸਤੋ ਕਮਿਊਟਡ ਵੈਲਿਊ ਹੈ ਜਿਹੜੀ ਪੈਨਸ਼ਨ ਦੀ ਉਹ ਕਿਵੇਂ ਆਊਗੀ? ਕਮਿਊਟਡ ਪੋਰਸ਼ਨ ਹੈ ਜਿਹੜਾ 12,000 ਰੁਪਏ, ਉਹਨੂੰ ਮਲਟੀਪਲਾਈ ਕਰ ਦਾਂਗੇ 12 ਦੇ ਨਾਲ ਤੇ ਉਸ ਨੂੰ ਮਲਟੀਪਲਾਈ ਕਰ ਦਾਂਗੇ ਫੈਕਟਰ ਦੇ ਨਾਲ 8.446 ਦੇ ਨਾਲ। ਤਾਂ ਇਹ ਜਿਹੜੀ ਕਮਿਊਟਡ ਪੈਨਸ਼ਨ ਹੈ ਉਹ ਆ ਜਾਊਗੀ 12,16,224 ਰੁਪਏ। ਇੰਨੀ ਰਕਮ ਜਿਹੜੀ ਹੈ ਕਰਮਚਾਰੀ ਨੂੰ ਇੱਕ ਮੁਸ਼ਤ ਅਦਾ ਕਰ ਦਿੱਤੀ ਜਾਊਗੀ ਸਰਕਾਰ ਵੱਲੋਂ। ਕਮਿਊਟਡ ਪੈਨਸ਼ਨ ਉਹਨੂੰ ਮਿਲ ਜੂਗੀ 12,16,224 ਰੁਪਏ। ਤਾਂ ਹੁਣ ਸਵਾਲ ਆ ਜਾਂਦਾ ਹੈ ਕਿ ਇਸ ਕਮਿਊਟਡ ਪੈਨਸ਼ਨ ਦੇ ਉੱਪਰ ਆਖਿਰਕਾਰ ਕਰਮਚਾਰੀ ਕਿੰਨਾ ਇੰਟਰਸਟ ਹੈ ਜਿਹੜਾ ਉਹ ਪੇ ਕਰ ਰਿਹਾ ਹੈ, ਕਿੰਨੀ ਅਮਾਊਂਟ ਉਹਨੂੰ ਪੇ ਕਰਨੀ ਪਊਗੀ ਇਹ ਰਕਮ ਇੱਕ ਮੁਸ਼ਤ ਲੈਣ ਵਾਸਤੇ। ਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਆਪਾਂ ਸਪੋਜ਼ ਕਰ ਲਓ ਕੋਈ ਲੋਨ ਲਿਆ 12,16,224 ਰੁਪਏ ਦਾ ਤੇ ਉਹਦੀ EMI ਜਿਹੜੀ ਅਦਾ ਕਰ ਰਹੇ ਹਾਂ 12,000 ਰੁਪਏ ਪਰ ਮੰਥ, ਅਗਲੇ 15 ਸਾਲ ਵਾਸਤੇ ਅਦਾ ਕਰਦੇ ਹਾਂ। ਤਾਂ ਇਸ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਅਪਰੋਕਸੀਮੇਟਲੀ 8.5% ਦਾ ਜਿਹੜਾ ਵਿਆਜ ਹੈ ਉਹ ਨਿਕਲ ਕੇ ਆਉਂਦਾ ਹੈ। ਤਾਂ ਕਰਮਚਾਰੀ ਜੇ ਪੈਨਸ਼ਨ ਕਮਿਊਟ ਕਰਵਾਉਂਦਾ ਹੈ ਇਹਨਾਂ ਫਿਗਰਸ ਦੇ ਅਕੋਰਡਿੰਗਲੀ ਜੇ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਤਕਰੀਬਨ 8.5% ਦਾ ਵਿਆਜ ਜਿਹੜਾ ਉਹ ਅਗਲੇ 15 ਸਾਲ ਵਾਸਤੇ ਪੇ ਕਰ ਰਿਹਾ ਹੈ ਇਸ ਕਮਿਊਟਡ ਪੋਰਸ਼ਨ ਨੂੰ ਲੈਣ ਵਾਸਤੇ। ਅੱਗੇ ਜੇ ਇਹਨੂੰ ਹੋਰ ਇਲੈਬੋਰੇਟ ਕਰੀਏ ਤਾਂ ਕਰਮਚਾਰੀ ਜੇ ਪੈਨਸ਼ਨ ਕਮਿਊਟ ਕਰਵਾਉਂਦਾ ਹੈ ਉਹਨੂੰ ਰਕਮ ਮਿਲਦੀ ਹੈ 12,16,224 ਰੁਪਏ ਦੀ। ਤਾਂ ਇਸ ਪੈਨਸ਼ਨ ਨੂੰ ਕਮਿਊਟ ਕਰਾਉਣ ਵਾਸਤੇ ਆਖਿਰਕਾਰ ਕਰਮਚਾਰੀ ਨੂੰ ਕੀ ਦੇਣਾ ਪੈ ਰਿਹਾ ਹੈ? ਅਗਲੇ 15 ਸਾਲ ਵਾਸਤੇ ਉਹਨੂੰ ਰਿਡਿਊਸਡ ਜਿਹੜੀ ਅਮਾਊਂਟ ਹੈ ਉਹ ਮਿਲੂਗੀ। 12,000 ਰੁਪਏ ਪਰ ਮੰਥ ਉਹ ਛੱਡ ਰਿਹਾ ਹੈ, ਅਗਲੇ 15 ਸਾਲ ਵਾਸਤੇ ਛੱਡ ਰਿਹਾ ਹੈ ਤਾਂ ਤਕਰੀਬਨ 21,60,000 ਰੁਪਇਆ ਇਹ ਬਣਦਾ ਹੈ। ਤਾਂ ਜਿਹੜਾ ਇੰਟਰਸਟ ਦੋਸਤੋ ਜੇ ਇੱਥੇ ਬਣਦਾ ਹੈ 21,60,000 ਦੇ ਵਿੱਚੋਂ ਜਿਹੜੀ ਉਹਨੂੰ ਇੱਕ ਮੁਸ਼ਤ ਰਕਮ ਮਿਲੀ ਹੈ ਪੈਨਸ਼ਨ ਕਮਿਊਟਡ ਦੀ ਉਹ ਹੈ 12,16,224 ਰੁਪਏ। ਤਾਂ ਤਕਰੀਬਨ 9,43,776 ਰੁਪਇਆ ਉਹ ਵਿਆਜ ਜਿਹੜਾ ਹੈ ਉਹ ਦੇ ਰਿਹਾ ਹੈ ਸਰਕਾਰ ਨੂੰ। ਅਗਲੇ 15 ਸਾਲ ਦੇ ਵਿੱਚ ਇਸ ਦੀ ਅਦਾਇਗੀ ਜਿਹੜੀ ਹੈ ਸਰਕਾਰ ਨੂੰ ਕਰੂਗਾ ਕਰਮਚਾਰੀ ਜੇ ਪੈਨਸ਼ਨ ਨੂੰ ਕਮਿਊਟ ਕਰਵਾ ਕੇ ਉਸ ਰਕਮ ਨੂੰ ਉਹ ਵਰਤ ਲੈਂਦਾ। ਤਾਂ ਹੁਣ ਦੋਸਤੋ ਪਹਿਲੇ ਕੇਸ ਦੇ ਵਿੱਚ ਆਪਾਂ ਮੰਨ ਲੈਂਦੇ ਹਾਂ ਕਿ ਕਰਮਚਾਰੀ ਕਿਸੇ ਵੀ ਤਰ੍ਹਾਂ ਦੀ ਕੋਈ ਕਮਿਊਟੇਸ਼ਨ ਨਹੀਂ ਲੈਂਦਾ, ਕੋਈ ਕਮਿਊਟੇਸ਼ਨ ਨਹੀਂ ਕਰਵਾਉਂਦਾ, ਉਹ ਫੁੱਲ ਸੈਲਰੀ ਲੈਂਦਾ ਰਹਿੰਦਾ। ਪਰ ਉਹਦੇ ਵਿੱਚੋਂ ਜਿਹੜੀ ਉਹਦੀ ਕਮਿਊਟਡ ਪੈਨਸ਼ਨ ਦਾ ਪੋਰਸ਼ਨ ਸੀ ਜਿਹੜਾ ਕਿ 12,000 ਰੁਪਇਆ ਸੀ ਉਹ ਆਪਣੀ ਪੈਨਸ਼ਨ ਦੇ ਵਿੱਚੋਂ ਉਹਨੂੰ RD ਦੇ ਵਿੱਚ ਜਮ੍ਹਾਂ ਕਰਵਾ ਦਿੰਦਾ। ਅਗਲੇ 15 ਸਾਲ ਵਾਸਤੇ ਉਹ ਜਮ੍ਹਾਂ ਕਰਵਾਉਂਦਾ ਰਹਿੰਦਾ RD ਦੇ ਵਿੱਚ। ਤਾਂ ਉਹਨੂੰ ਕੀ ਬੈਨੀਫਿਟ ਹੋਊਗਾ? ਤਾਂ ਦੋਸਤੋ ਆਪਣੀ ਪੈਨਸ਼ਨ ਦੇ ਵਿੱਚੋਂ ਜਿਹੜੀ ਪੂਰੀ ਪੈਨਸ਼ਨ ਹੈ ਉਹਦੀ ਉਹ ਕਮਿਊਟ ਨਹੀਂ ਕਰਵਾ ਰਿਹਾ ਤੇ ਉਹਨੂੰ ਇੱਕ ਮੁਸ਼ਤ ਰਕਮ ਦੀ ਜ਼ਰੂਰਤ ਵੀ ਨਹੀਂ ਹੈਗੀ। ਤਾਂ ਉਹ ਆਪਣੀ ਬੇਸਿਕ ਪੈਨਸ਼ਨ ਦੇ ਵਿੱਚੋਂ 12,000 ਰੁਪਏ ਜਿਹੜਾ ਹੈ ਉਹ ਜਮ੍ਹਾਂ ਕਰਵਾਉਂਦਾ RD ਦੇ ਵਿੱਚ। RD ਦੀ ਮੈਕਸਿਮਮ ਜਿਹੜੀ ਡਿਊਰੇਸ਼ਨ ਹੈ ਦੋਸਤੋ 10 ਸਾਲ ਦੀ ਹੁੰਦੀ ਹੈ। 6.5% ਦਾ ਆਪਾਂ ਵਿਆਜ ਲਿਆ, ਇਹ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ, ਤੁਸੀਂ ਉਸ ਦੇ ਅਕੋਰਡਿੰਗਲੀ ਕੈਲਕੂਲੇਟ ਕਰ ਸਕਦੇ ਹੋ। ਤਾਂ 10 ਸਾਲ ਬਾਅਦ ਇਹਦੀ ਜਿਹੜੀ ਮੈਚਿਓਰਿਟੀ ਵੈਲਿਊ ਹੈ ਉਹ ਆ ਜਾਊਗੀ 20,27,852 ਰੁਪਏ।
ਪਰ ਪੈਨਸ਼ਨ ਜਿਹੜੀ ਹੈ ਉਹ ਕਮਿਊਟ ਹੁੰਦੀ ਹੈ 15 ਸਾਲ ਵਾਸਤੇ, ਤਾਂ ਅਗਲੇ 5 ਸਾਲ ਉਹ ਇਸ ਰਕਮ ਨੂੰ FD ਦੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ, ਜੋ ਕਿ ਤਕਰੀਬਨ 7% ਦੇ ਵਿਆਜ ਤੇ ਉਹਨੂੰ ਮਿਲਦੀ ਹੈ। ਤੇ FD ਦੀ ਜਿਹੜੀ ਮੈਚਿਓਰਿਟੀ ਵੈਲਿਊ ਹੋਊਗੀ ਉਹ 28,68,961 ਰੁਪਏ ਹੋਊਗੀ। ਤੇ ਇਸੇ ਦੇ ਨਾਲ ਅਗਲੇ 5 ਸਾਲ ਵਾਸਤੇ ਉਹ ਦੁਬਾਰਾ ਤੋਂ RD ਖੁਲਵਾਉਂਦਾ ਹੈ ਸੇਮ ਅਮਾਊਂਟ ਦੀ 12,000 ਰੁਪਏ ਦੀ, ਤੇ ਇਸ RD ਦੀ ਜਿਹੜੀ ਮੈਚਿਓਰਿਟੀ ਵੈਲਿਊ ਹੈ ਉਹ ਆ ਜਾਊਗੀ 8,51,890 ਰੁਪਏ। ਤੇ ਹੁਣ ਕਰਮਚਾਰੀ ਉਪਰੋਕਤ ਦਿੱਤੇ ਦੇ ਹਿਸਾਬ ਦੇ ਨਾਲ ਜੇ ਇਨਵੈਸਟਮੈਂਟ ਕਰਦਾ ਹੈ ਤਾਂ ਇਹਨਾਂ ਦੋਨਾਂ ਰਕਮਾਂ ਨੂੰ ਮਿਲਾ ਕੇ ਤਕਰੀਬਨ 15 ਸਾਲ ਦੇ ਵਿੱਚ ਉਹ 37,20,851 ਰੁਪਏ ਜੋੜ ਲੈਂਦਾ ਹੈ। ਜੇ ਉਹ ਪੈਨਸ਼ਨ ਕਮਿਊਟ ਨਹੀਂ ਕਰਵਾਉਂਦਾ ਤੇ ਉਨਾ ਹੀ ਪੋਰਸ਼ਨ ਉਹ ਇਨਵੈਸਟ ਕਰਦਾ ਰਹਿੰਦਾ RD ਦੇ ਵਿੱਚ। ਅਗਲੇ ਕੇਸ ਵਿੱਚ ਜੇ ਗੱਲ ਕਰੀਏ ਕਿ ਕਰਮਚਾਰੀ ਪੈਨਸ਼ਨ ਨੂੰ ਕਮਿਊਟ ਕਰਵਾ ਲੈਂਦਾ ਹੈ ਤੇ ਸਿੰਪਲੀ ਉਹਨੂੰ FD ਦੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ। FD ਦਾ ਵਿਆਜ ਇੱਥੇ ਦੋਸਤੋ ਅਪਰੋਕਸੀਮੇਟਲੀ 7% ਲਿਆ ਆਪਾਂ। ਇਹ ਵਿਆਜ ਦੀਆਂ ਜਿਹੜੀਆਂ ਫਿਗਰਸ ਨੇ ਦੋਸਤੋ ਟਾਈਮ ਟੂ ਟਾਈਮ ਚੇਂਜ ਹੁੰਦੀਆਂ ਰਹਿੰਦੀਆਂ ਨੇ, ਉਸ ਦੇ ਅਕੋਰਡਿੰਗਲੀ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਤਾਂ FD ਦੇ ਵਿੱਚ 12,16,224 ਰੁਪਏ ਨੂੰ ਜੇ ਉਹ ਡਿਪੋਜ਼ਿਟ ਕਰਵਾਉਂਦਾ ਹੈ ਅਗਲੇ 15 ਸਾਲ ਵਾਸਤੇ, ਤਾਂ ਮੈਚਿਓਰਿਟੀ ਦੇ ਉੱਪਰ 15 ਸਾਲ ਤੋਂ ਬਾਅਦ ਉਹਨੂੰ ਤਕਰੀਬਨ 34,44,123 ਰੁਪਏ ਮਿਲਣਗੇ। ਜੇ ਉਹ ਪੈਨਸ਼ਨ ਕਮਿਊਟ ਕਰਵਾਉਂਦਾ ਹੈ ਤੇ ਇੱਕ ਮੁਸ਼ਤ ਰਕਮ 12,16,224 ਰੁਪਏ ਲੈ ਲੈਂਦਾ ਹੈ ਤੇ ਉਹਨੂੰ ਇਸ ਰਕਮ ਦੀ ਜ਼ਰੂਰਤ ਨਹੀਂ ਹੈਗੀ ਤੇ ਉਹਨੂੰ ਉਹ FD ਦੇ ਵਿੱਚ 15 ਸਾਲ ਵਾਸਤੇ ਡਿਪੋਜ਼ਿਟ ਕਰਵਾਉਂਦਾ ਹੈ, ਤਾਂ 34,44,123 ਰੁਪਏ ਉਹਨੂੰ ਮਿਲਣਗੇ 15 ਸਾਲ ਤੋਂ ਬਾਅਦ। ਅਗਲੇ ਕੇਸ ਦੇ ਵਿੱਚ ਦੋਸਤੋ ਗੱਲ ਕਰੀਏ ਕਿ ਪੈਨਸ਼ਨ ਨੂੰ ਕਰਮਚਾਰੀ ਕਮਿਊਟ ਕਰਵਾਉਂਦਾ ਹੈ ਤੇ ਹਾਇਰ ਇੰਟਰਸਟ ਰੇਟ ਦੇ FD ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਵਾਉਂਦਾ ਹੈ। ਕੋਈ ਸਕੀਮ ਉਹਨੂੰ ਮਿਲ ਰਹੀ ਸੀ ਜਿਹਦੇ ਵਿੱਚ 8% ਦਾ ਵਿਆਜ ਉਹਨੂੰ ਮਿਲ ਰਿਹਾ ਸੀ। ਅਗਲੇ 15 ਸਾਲ ਵਾਸਤੇ 12,16,224 ਰੁਪਏ ਨੂੰ ਉਹ ਜਮ੍ਹਾਂ ਕਰਵਾਉਂਦਾ, ਜੋ ਕਿ ਕਮਿਊਟਡ ਪੈਨਸ਼ਨ ਦੇ ਇਕੁਅਲ ਦੀ ਅਮਾਊਂਟ ਹੈ। ਪੈਨਸ਼ਨ ਕਮਿਊਟ ਕਰਵਾ ਕੇ ਜਿਹੜੀ ਉਹਨੂੰ ਰਕਮ ਮਿਲੀ ਹੈ ਉਸ ਨੂੰ ਜਮ੍ਹਾਂ ਕਰਵਾ ਦਿੰਦਾ ਹੈ 8% ਦੀ FD ਦੇ ਵਿੱਚ, ਤਾਂ ਉਹਨੂੰ ਮੈਚਿਓਰਿਟੀ ਤੇ 15 ਸਾਲ ਤੋਂ ਬਾਅਦ ਜਿਹੜੀ ਰਕਮ ਮਿਲੂਗੀ ਉਹ ਹੈ 39,90,468 ਰੁਪਏ। ਇੰਨੀ ਰਕਮ ਉਹ ਸੇਵ ਕਰ ਲੂਗਾ। ਇਹਨਾਂ ਸਾਰੇ ਕੇਸਿਸ ਨੂੰ ਆਪਾਂ ਇੱਕ ਟੇਬਲ ਦੇ ਵਿੱਚ ਕੰਪੈਰੀਜ਼ਨ ਕਰੀਏ ਤਾਂ ਦੋਸਤੋ ਇੱਥੇ ਦੋ ਕੇਸਿਸ ਆਪਾਂ ਬਣਾਏ ਨੇ, ਜੇ ਕਮਿਊਟੇਸ਼ਨ ਨਹੀਂ ਕਰਾਂਦਾ ਤੇ ਜੇ ਕਮਿਊਟੇਸ਼ਨ ਕਰਵਾਉਂਦਾ ਹੈ। ਸਭ ਤੋਂ ਪਹਿਲੇ ਕੇਸ ਦੇ ਵਿੱਚ ਪੈਨਸ਼ਨ ਨੂੰ ਕਰਮਚਾਰੀ ਕਮਿਊਟ ਨਹੀਂ ਕਰਵਾਉਂਦਾ ਤੇ ਕਿਸੇ ਵੀ ਤਰ੍ਹਾਂ ਦੀ ਸੇਵਿੰਗ ਸਕੀਮ ਦੇ ਵਿੱਚ ਵੀ ਨਹੀਂ ਲਾਉਂਦਾ, ਸਿੰਪਲੀ ਉਹ ਆਪਣੀ ਜਿਹੜੀ ਪੈਨਸ਼ਨ ਹੈ ਪੂਰੀ ਪੈਨਸ਼ਨ ਲੈਂਦਾ ਰਹਿੰਦਾ ਹੈ। ਤਾਂ ਉਸ ਕੇਸ ਦੇ ਵਿੱਚ 12,000 ਰੁਪਇਆ ਪਰ ਮੰਥ ਉਹਦੀ ਜਿਹੜੀ ਅਮਾਊਂਟ ਹੈ ਉਹਨੂੰ ਮਿਲਦੀ ਰਹੂਗੀ। ਐਕਸਟਰਾ ਜਿਹੜੀ ਉਹ ਕਮਿਊਟ ਨਹੀਂ ਕਰਵਾ ਰਿਹਾ ਅਗਲੇ 15 ਸਾਲ ਉਹਨੂੰ ਮਿਲਦੀ ਰਹੂਗੀ, ਤਾਂ ਉਹਨੂੰ ਫਾਇਦਾ ਜਿਹੜਾ ਹੋਊਗਾ 21,60,000 ਰੁਪਏ ਦਾ। ਅਗਲੇ 15 ਸਾਲ ਦੇ ਵਿੱਚ ਉਹਨੂੰ 21,60,000 ਰੁਪਏ ਮਿਲਣਗੇ 12,000 ਦੇ ਹਿਸਾਬ ਦੇ ਨਾਲ, ਜੇ ਕਰਮਚਾਰੀ ਪੈਨਸ਼ਨ ਕਮਿਊਟ ਨਹੀਂ ਕਰਵਾਉਂਦਾ ਤੇ ਕਿਸੇ ਵੀ ਸਕੀਮ ਦੇ ਵਿੱਚ ਇਨਵੈਸਟ ਵੀ ਨਹੀਂ ਕਰਦਾ। ਅੱਗੇ ਜਿਹੜਾ ਕੇਸ ਆਂਦਾ ਹੈ ਜੇ ਕਰਮਚਾਰੀ RD ਦੇ ਵਿੱਚ ਜਮ੍ਹਾਂ ਕਰਵਾਉਂਦਾ ਹੈ, ਪੈਨਸ਼ਨ ਕਮਿਊਟ ਨਹੀਂ ਕਰਵਾਈ ਪਰ ਕਮਿਊਟਡ ਪੈਨਸ਼ਨ ਦੇ ਬਰਾਬਰ ਦੀ ਜਿਹੜੀ ਰਕਮ ਹੈ 12,000 ਰੁਪਇਆ ਪਰ ਮੰਥ ਉਹ ਜਮ੍ਹਾਂ ਕਰਵਾਉਂਦਾ ਰਹਿੰਦਾ RD ਦੇ ਵਿੱਚ ਅਗਲੇ 15 ਸਾਲ ਵਾਸਤੇ, ਜਿਵੇਂ ਕਿ ਆਪਾਂ ਉੱਪਰਲੇ ਕੇਸ ਦੇ ਵਿੱਚ ਡਿਸਕਸ ਕਰਿਆ ਡਿਟੇਲ ਦੇ ਵਿੱਚ 6.5% ਦੇ ਉੱਪਰ, ਤਾਂ ਉਹਨੂੰ ਬਚਤ ਜਿਹੜੀ ਹੋਊਗੀ ਉਹ ਹੋਊਗੀ 37,20,851 ਰੁਪਏ। ਅਗਲੇ ਕੇਸ ਦੇ ਵਿੱਚ ਪੈਨਸ਼ਨ ਕਮਿਊਟ ਕਰਵਾਉਣ ਵਾਸਤੇ ਚੂਜ਼ ਕਰ ਲੈਂਦਾ, ਉਹ ਕਮਿਊਟ ਕਰਵਾਉਂਦਾ ਹੈ ਤੇ ਉਹਨੂੰ ਇੱਕ ਮੁਸ਼ਤ ਰਕਮ ਮਿਲਦੀ ਹੈ 12,16,224 ਰੁਪਏ। ਇਸ ਨੂੰ FD ਦੇ ਵਿੱਚ ਜਮ੍ਹਾਂ ਕਰਵਾ ਦਿੰਦਾ ਹੈ, ਪੈਸੇ ਦੀ ਉਹਨੂੰ ਲੋੜ ਨਹੀਂ ਹੈਗੀ। 15 ਸਾਲ ਵਾਸਤੇ 7% ਦੀ FD ਦੇ ਵਿੱਚ ਜਮ੍ਹਾਂ ਕਰਵਾਉਂਦਾ ਹੈ ਤਾਂ ਮੈਚਿਓਰਿਟੀ ਤੇ ਉਹਨੂੰ ਮਿਲੂਗੀ 34,44,123 ਰੁਪਏ। ਤੇ ਜੇ ਉਹਨੂੰ ਕੋਈ ਸਕੀਮ ਹਾਇਰ ਇੰਟਰਸਟ ਰੇਟ ਦੀ ਮਿਲ ਰਹੀ ਹੈ, FD ਦੀ ਸਕੀਮ ਹੈ 8% ਦੇ ਵਿਆਜ ਤੇ ਉਹਨੂੰ ਮਿਲ ਗਈ ਕੋਈ 12,16,224 ਰੁਪਏ, ਜਿਹੜੀ ਕਿ ਕਮਿਊਟਡ ਪੈਨਸ਼ਨ ਦੀ ਰਕਮ ਹੈ, ਅਗਲੇ 15 ਸਾਲ ਵਾਸਤੇ ਜਮ੍ਹਾਂ ਕਰਵਾਉਂਦਾ ਹੈ ਤਾਂ ਉਹਨੂੰ ਮੈਚਿਓਰਿਟੀ ਤੇ 39,90,468 ਰੁਪਏ ਮਿਲਣਗੇ। ਤਾਂ ਇੱਥੇ ਦੋਸਤੋ ਉਪਰੋਕਤ ਸਾਰੀ ਡਿਸਕਸ਼ਨ ਤੋਂ ਬਾਅਦ ਜੇ ਇਹਨਾਂ ਫਿਗਰਸ ਦੇ ਅਕੋਰਡਿੰਗਲੀ ਆਪਾਂ ਕੈਲਕੂਲੇਟ ਕਰਦੇ ਹਾਂ ਤਾਂ ਆਹ ਦੋ ਜਿਹੜੀਆਂ ਸਕੀਮਾਂ ਨੇ ਇਹ ਬੈਨੀਫੀਸ਼ੀਅਲ ਨੇ ਕਰਮਚਾਰੀ ਵਾਸਤੇ। ਆਹ ਜਿਹੜੀ ਪੈਨਸ਼ਨ ਜੇ ਉਹ ਨਹੀਂ ਕਮਿਊਟ ਕਰਵਾਉਂਦਾ ਫਿਰ ਆਹ ਉਹਦੇ ਕੋਲੇ ਆਪਸ਼ਨ ਹੈਗੀ ਹੈ, ਤੇ ਜੇ ਉਹ ਪੈਨਸ਼ਨ ਕਮਿਊਟ ਕਰਵਾ ਲੈਂਦਾ ਤਾਂ ਆਹ ਜਿਹੜਾ ਵਿਆਜ ਰੇਟ ਉਹਨੂੰ ਮਿਲਦਾ ਜੇ ਤਾਂ ਇਹ ਬੈਨੀਫੀਸ਼ੀਅਲ ਰਹੂਗਾ। ਬਾਕੀ ਤੁਸੀਂ ਆਪਣੇ ਅਕੋਰਡਿੰਗਲੀ ਡਿਸੀਜਨ ਲੈ ਸਕਦੇ ਹੋ। ਇਹ ਵੀਡੀਓ ਸਿਰਫ ਰੈਫਰੈਂਸ ਵਾਸਤੇ ਹੈ। ਉਮੀਦ ਕਰਦੇ ਹਾਂ ਤੁਹਾਡੇ ਵਾਸਤੇ ਹੈਲਪਫੁਲ ਸਾਬਿਤ ਹੋਊਗੀ ਤੁਹਾਨੂੰ ਆਪਣਾ ਡਿਸੀਜਨ ਲੈਣ ਦੇ ਵਿੱਚ। ਵੀਡੀਓ ਜੇ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਜ਼ਰੂਰ ਦਬ ਦਿਓ ਤੇ ਜਿਨ੍ਹਾਂ ਦੋਸਤਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਇਹੋ ਜਿਹੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿਣ। ਮਿਲਦੇ ਹਾਂ ਅਗਲੀ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਦਿਓ ਇਜਾਜ਼ਤ। ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ।